ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਮੈਂ ਤੁਹਾਡਾ ਆਪਣਾ ਪੰਜਾਬੀ ਅਧਿਆਪਕ ਸ਼ਿਵਦੇਵ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਆਓ ਅਸੀਂ ਅੱਜ ਦਾ ਵਿਸ਼ਾ ਸ਼ੁਰੂ ਕਰਦੇ ਹਾਂ। ਸਾਡਾ ਅੱਜ ਦਾ ਵਿਸ਼ਾ ਹੈ ਪਾਠ ਪੁਸਤਕ ਸੰਦਲੀ ਪੈੜਾ ਭਾਗ 5 ਵਿੱਚ ਦਰਜ ਪਾਠ ਗਿਆਨ ਦਾ ਚਾਨਣ, ਜਿਸ ਦੇ ਲੇਖਕ ਡਾਕਟਰ ਕੁਲਬੀਰ ਸਿੰਘ ਸੁਰੀ ਹਨ। ਸਭ ਤੋਂ ਪਹਿਲਾਂ ਅਸੀਂ ਇਸ ਪਾਠ ਦੇ ਲਰਨਿੰਗ ਆਬਜੈਕਟ ਜਾਂ ਸਿੱਖਣਯੋਗ ਗੱਲਾਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਨੰਬਰ 1, ਵਿਸ਼ੇ ਸੰਬੰਧੀ ਜਾਣਕਾਰੀ ਪ੍ਰਾਪਤ ਹੋਵੇਗੀ। ਨੰਬਰ 2, ਕੁਦਰਤੀ ਸਰੋਤਾਂ ਦੀ ਸਹੀ ਢੰਗ ਨਾਲ ਵਰਤੋਂ ਕਰਨਗੇ। ਨੰਬਰ 3, ਲੋਕਾਂ ਨੂੰ ਪਾਣੀ ਅਤੇ ਬਿਜਲੀ ਦੀ ਸਹੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਗੇ। ਨੰਬਰ 4, ਨੈਤਿਕ ਗੁਣਾਂ ਦਾ ਵਿਕਾਸ ਹੋਵੇਗਾ ਅਤੇ ਸ਼ਬਦ ਭੰਡਾਰ ਵਿੱਚ ਵਾਧਾ ਹੋਵੇਗਾ। ਇਸ ਤੋਂ ਪਹਿਲਾਂ ਕਿ ਅਸੀਂ ਪਾਠ ਸ਼ੁਰੂ ਕਰੀਏ, ਇਸ ਪਾਠ ਵਿੱਚ ਕੁਝ ਔਖੇ ਸ਼ਬਦ ਆਉਣਗੇ, ਉਹਨਾਂ ਦੇ ਮੈਂ ਅਰਥ ਤੁਹਾਨੂੰ ਨਾਲ ਦੱਸਦਾ ਜਾਵਾਂਗਾ। ਹੁਣ ਤੁਸੀਂ ਇਹ ਜੋ ਔਖੇ ਸ਼ਬਦ ਹਨ ਇਹਨਾਂ ਨੂੰ ਵੀ ਆਪਣੀ ਕਾਪੀ 'ਤੇ ਨਾਲ ਨੋਟ ਕਰ ਲੈਣਾ ਹੈ, ਅਤੇ ਜੋ ਮੈਂ ਪਾਠ ਦੇ ਦੌਰਾਨ ਦੱਸਾਂਗਾ ਉਹਨਾਂ ਨੂੰ ਵੀ ਤੁਸੀਂ ਆਪਣੀ ਕਾਪੀ 'ਤੇ ਉੱਤੇ ਨੋਟ ਕਰਦੇ ਜਾਣਾ ਹੈ। ਆਓ ਹੁਣ ਅਸੀਂ ਗਿਆਨ ਦਾ ਚਾਨਣ ਪਾਠ ਬਾਰੇ ਵਿਸਥਾਰ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ। ਇੱਕ ਬੜਾ ਅਮੀਰ ਅਤੇ ਵੱਡਾ ਵਪਾਰੀ ਸੀ। ਉਸ ਦਾ ਵਪਾਰ ਕਈ ਮੁਲਕਾਂ ਤੱਕ ਫੈਲਿਆ ਹੋਇਆ ਸੀ। ਇੱਕ ਬਹੁਤ ਹੀ ਅਮੀਰ ਅਤੇ ਵੱਡਾ ਵਪਾਰੀ ਸੀ। ਬੇਟਾ ਵਪਾਰੀ ਤੋਂ ਭਾਵ ਹੁੰਦਾ ਬਿਜ਼ਨਸਮੈਨ, ਅਤੇ ਉਸ ਦਾ ਬਿਜ਼ਨਸ ਕਈ ਦੇਸ਼ਾਂ ਤੱਕ ਫੈਲਿਆ ਹੋਇਆ ਸੀ। ਉਸ ਦੇ ਵਪਾਰਕ ਅਦਾਰੇ ਵਿੱਚ ਹਜ਼ਾਰਾਂ ਆਦਮੀ ਕੰਮ ਕਰਦੇ ਸਨ। ਬੇਟਾ ਅਦਾਰੇ ਤੋਂ ਭਾਵ ਹੁੰਦਾ ਆ ਸੰਗਠਨ, ਠੀਕ ਹੈ। ਜਿਹੜਾ ਵੀ ਉਹ ਦੇਸ਼ਾਂ ਦੇ ਵਿੱਚ ਵਪਾਰ ਕਰਦਾ ਸੀ ਉੱਥੇ ਕੋਈ ਨਾ ਕੋਈ ਉਹਨੇ ਆਫਿਸ ਖੋਲ੍ਹੇ ਸੀ, ਠੀਕ ਆ। ਉਸ ਆਫਿਸ ਦੇ ਵਿੱਚ ਕਈ ਲੋਕ ਜਿਹੜੇ ਸੀ ਉਹ ਕੰਮ ਕਰਦੇ ਸਨ। ਉਹ ਆਪਣੇ ਹਰ ਮੁਲਾਜ਼ਮ ਨਾਲ ਬੋਲਚਾਲ ਅਤੇ ਵਿਵਹਾਰ ਬਹੁਤ ਹੀ ਚੰਗੀ ਤਰ੍ਹਾਂ ਕਰਦਾ ਸੀ। ਉਸ ਦਾ ਆਪਣੇ ਹਰ ਮੁਲਾਜ਼ਮ ਦੇ ਨਾਲ, ਮੁਲਾਜ਼ਮ ਦਾ ਬੇਟਾ ਮਤਲਬ ਹੁੰਦਾ ਕਰਮਚਾਰੀ, ਜਿਹੜੇ ਉਸ ਦੇ ਅਧੀਨ ਕੰਮ ਕਰਦੇ ਸੀ, ਅਤੇ ਉਹਨਾਂ ਨਾਲ ਉਹਦਾ ਬੋਲਚਾਲ ਬਹੁਤ ਵਧੀਆ ਸੀ ਅਤੇ ਵਿਵਹਾਰ ਵੀ ਬਹੁਤ ਹੀ ਵਧੀਆ ਕਰਦਾ ਸੀ। ਹਰ ਮੁਲਾਜ਼ਮ ਦਿਲੋਂ ਉਸ ਦੀ ਇੱਜ਼ਤ ਕਰਦਾ ਅਤੇ ਉਸ ਦੇ ਅਦਾਰੇ ਨੂੰ ਆਪਣਾ ਸਮਝ ਕੇ ਤਨੋ ਮਨੋ ਮਿਹਨਤ ਨਾਲ ਕੰਮ ਕਰਦਾ। ਹਰੇਕ ਅਦਾਰੇ ਦਾ ਵਿਅਕਤੀ ਜੋ ਸੀ ਉਸ ਦੀ ਇੱਜ਼ਤ ਕਰਦਾ ਸੀ ਅਤੇ ਉਸ ਦੇ ਅਦਾਰੇ ਨੂੰ ਆਪਣਾ ਸਮਝ ਕੇ ਦਿਲੋਂ ਜਿਹੜੇ ਸੀ ਉਹ ਮਿਹਨਤ ਕਰਦਾ। ਉਹ ਅਮੀਰ ਆਦਮੀ ਹਰ ਲੋੜਵੰਦ ਦੀ ਮਦਦ ਕਰਦਾ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਦਿਲ ਖੋਲ੍ਹ ਕੇ ਦਾਨ ਦਿੰਦਾ। ਉਹ ਅਮੀਰ ਆਦਮੀ ਹਰੇਕ ਲੋੜਵੰਦ ਦੀ ਬਹੁਤ ਹੀ ਜ਼ਿਆਦਾ ਮਦਦ ਕਰਦਾ। ਸਮਾਜ ਸੇਵੀ ਸੰਸਥਾ ਬੇਟਾ ਉਹ ਹੁੰਦੀਆਂ ਜਿਹੜੀਆਂ ਸਮਾਜ ਦੇ ਲਈ ਕੰਮ ਕਰਦੀਆਂ, ਜਿਹੜੇ ਗਰੀਬ ਲੋਕਾਂ ਦੀ ਸੇਵਾ ਕਰਦੀਆਂ ਹਨ। ਦਾਨ ਦੇਣ ਤੋਂ ਪਹਿਲਾਂ ਉਹ ਉਸ ਸੰਸਥਾ ਨੂੰ ਚੰਗੀ ਤਰ੍ਹਾਂ ਘੋਖਦਾ ਕਿ ਉਹ ਇਹ ਸੰਸਥਾ ਜਿਸ ਸਮਾਜ ਸੇਵਾ ਲਈ ਦਾਨ ਲੈ ਰਹੀ ਹੈ ਉਸ ਉੱਪਰ ਠੀਕ ਢੰਗ ਨਾਲ ਖਰਚ ਕਰੇਗੀ ਜਾਂ ਨਹੀਂ। ਉਹ ਜਦੋਂ ਵੀ ਕਿਸੇ ਨੂੰ ਦਾਨ ਦਿੰਦਾ, ਦਾਨ ਦੇਣ ਤੋਂ ਪਹਿਲੇ ਘੋਖਦਾ ਦਾ ਮਤਲਬ ਹੁੰਦਾ ਬੇਟਾ ਜਾਂਚ ਪੜਤਾਲ ਕਰਨਾ। ਪੂਰੀ ਤਰ੍ਹਾਂ ਜਾਂਚ ਪੜਤਾਲ ਕਰਦਾ ਆ ਕਿ ਜਿਸ ਸੰਸਥਾ ਨੂੰ ਉਹ ਦਾਨ ਦੇ ਰਿਹਾ ਆ ਕਿ ਉਹ ਸੰਸਥਾ ਜੋ ਪੈਸੇ ਲੈ ਰਹੀ ਹੈ ਉਸ ਨੂੰ ਸਹੀ ਢੰਗ ਦੇ ਨਾਲ ਵਰਤੋਂ ਕਰੇਗੀ ਜਾਂ ਨਹੀਂ। ਜਦੋਂ ਉਸ ਨੂੰ ਪੂਰਾ ਯਕੀਨ ਹੋ ਜਾਂਦਾ ਉਹ ਸੰਸਥਾ ਨੇਕ ਇਰਾਦੇ ਨਾਲ ਕੰਮ ਕਰ ਰਹੀ ਹੈ ਤਾਂ ਉਹ ਪੂਰੀ ਮਦਦ ਕਰਦਾ। ਜਦੋਂ ਉਸ ਨੂੰ ਪੂਰੀ ਤਰ੍ਹਾਂ ਯਕੀਨ ਹੋ ਜਾਂਦਾ ਕਿ ਇਹ ਸੰਸਥਾ ਇਮਾਨਦਾਰੀ ਨਾਲ ਕੰਮ ਕਰੇਗੀ ਤਾਂ ਉਹ ਉਹਨਾਂ ਦੀ ਪੂਰੀ ਮਦਦ ਕਰਦਾ। ਉਹ ਅਮੀਰ ਅਤੇ ਦਾਨੀ ਆਦਮੀ ਕਿਸੇ ਚੀਜ਼ ਨੂੰ ਫਜ਼ੂਲ ਜਾਇਆ ਹੁੰਦਿਆਂ ਨਹੀਂ ਸੀ ਵੇਖ ਸਕਦਾ। ਉਹ ਆਪਣੇ ਮੁਲਾਜ਼ਮਾਂ ਨੂੰ ਕਹਿੰਦਾ ਸੀ, ਤੁਸੀਂ ਜਿੰਨਾ ਮਰਜ਼ੀ ਖਾਓ ਪੀਓ, ਕਿਸੇ ਵੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਤਾਂ ਵਰਤੋ, ਪਰ ਉਸ ਨੂੰ ਫਜ਼ੂਲ ਜਾਇਆ ਨਾ ਕਰੋ। ਬੇਟਾ ਜਾਇਆ ਤੋਂ ਭਾਵ ਹੁੰਦਾ ਆ ਬਰਬਾਦ। ਉਹ ਅਮੀਰ ਆਦਮੀ ਆਪਣੇ ਜਿਹੜੇ ਕਰਮਚਾਰੀ ਸੀ ਉਹਨਾਂ ਨੂੰ ਇੱਕ ਚੀਜ਼ ਕਹਿੰਦਾ ਸੀ ਕਿ ਤੁਸੀਂ ਕਿਸੇ ਵੀ ਚੀਜ਼ ਨੂੰ ਬਰਬਾਦ ਨਾ ਕਰਿਆ ਕਰੋ। ਜਿੰਨੀ ਤੁਹਾਨੂੰ ਚੀਜ਼ ਦੀ ਜ਼ਰੂਰਤ ਹੈ ਉਨੀ ਹੀ ਲਓ। ਜੇਕਰ ਤੁਸੀਂ ਵਾਧੂ ਖਾਣਾ ਚਾਹੁੰਦੇ ਹੋ ਤਾਂ ਖਾਓ, ਪਰ ਇਹ ਨਹੀਂ ਹੈ ਕਿ ਤੁਸੀਂ ਚੀਜ਼ ਜ਼ਿਆਦਾ ਲੈ ਲਓ ਪਰ ਉਸ ਨੂੰ ਬਾਅਦ 'ਚੋਂ ਵਰਤੋ ਵੀ ਨਾ, ਅਤੇ ਉਹ ਕੀ ਹੋ ਜਾਂਦੀ ਆ, ਬਰਬਾਦ ਹੋ ਜਾਂਦੀ ਹੈ। ਇਸ ਚੀਜ਼ ਲਈ ਉਹ ਹਮੇਸ਼ਾ ਆਪਣੇ ਕਰਮਚਾਰੀਆਂ ਨੂੰ ਰੋਕਦਾ ਹੁੰਦਾ ਸੀ। ਇੱਕ ਸੰਸਥਾ ਨੇ ਪਿੰਡ ਵਿੱਚ ਲਾਇਬ੍ਰੇਰੀਆਂ ਖੋਲ੍ਹਣ ਦਾ ਬੀੜਾ ਚੁੱਕਿਆ। ਉਸ ਸੰਸਥਾ ਦੇ ਸਾਰੇ ਮੈਂਬਰ ਬੜੇ ਪੜ੍ਹੇ ਲਿਖੇ ਅਤੇ ਸੁਲਝੇ ਹੋਏ ਲੋਕ ਸਨ। ਉਹ ਸਮਝਦੇ ਸਨ ਕਿ ਗਿਆਨ ਹੀ ਲੋਕਾਂ ਦੇ ਮਨਾਂ ਦਾ ਹਨੇਰਾ ਦੂਰ ਕਰ ਸਕਦਾ ਹੈ। ਇਸ ਲਈ ਉਹਨਾਂ ਨੇ ਪਹਿਲਾਂ ਤਾਂ ਹਰ ਪਿੰਡ ਵਿੱਚ ਇੱਕ ਲਾਇਬ੍ਰੇਰੀ
ਅਤੇ ਫਿਰ ਸਕੂਲ ਖੋਲ੍ਹਣ ਅਤੇ ਹਰ ਸ਼ਹਿਰ ਵਿੱਚ ਲਾਇਬ੍ਰੇਰੀਆਂ ਦਾ ਜਾਲ ਵਿਛਾਉਣ ਦਾ ਬੀੜਾ ਚੁੱਕਿਆ। ਉਹ ਸੋਚਦੇ ਸਨ ਕਿ ਬੱਚਿਆਂ ਨੂੰ ਸ਼ੁਰੂ ਤੋਂ ਹੀ ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ। ਜਦੋਂ ਉਹ ਵੱਡੇ ਹੋਣ ਤਾਂ ਉਹਨਾਂ ਦੇ ਗਿਆਨ ਦਾ ਚਾਨਣ ਸਮੁੱਚੇ ਦੇਸ਼ ਅਤੇ ਦੁਨੀਆ ਵਿੱਚ ਫੈਲ ਸਕੇ। ਕਿ ਬੇਟਾ ਇੱਕ ਪਿੰਡ ਦੇ ਵਿੱਚ ਸੰਸਥਾ ਸੀਗੀ, ਸੰਸਥਾ ਜਿੱਦਾਂ ਮੈਂ ਪਹਿਲੇ ਦੱਸਿਆ ਸੀ, ਜੋ ਸਮਾਜ ਦੇ ਲਈ ਚੰਗੇ ਕੰਮ ਕਰਦੀ ਆ। ਉਹਨੇ ਲਾਇਬ੍ਰੇਰੀਆਂ ਖੋਲ੍ਹਣ ਦਾ ਬੀੜਾ ਚੁੱਕਿਆ ਸੀ। ਬੇਟਾ ਬੀੜੇ ਦਾ ਮਤਲਬ ਹੁੰਦਾ ਹੈ ਕਿਸੇ ਕੰਮ ਦੀ ਸ਼ੁਰੂਆਤ ਕਰਨੀ। ਤੇ ਉਹ ਸੰਸਥਾ ਦੇ ਸਾਰੇ ਮੈਂਬਰ ਬਹੁਤ ਹੀ ਜ਼ਿਆਦਾ ਪੜ੍ਹੇ ਲਿਖੇ ਅਤੇ ਸੁਲਝੇ ਹੋਏ ਲੋਕ ਸਨ। ਉਹ ਸਮਝਦੇ ਸਨ ਕਿ ਜਿਹੜਾ ਗਿਆਨ ਹੈ ਉਹੀ ਲੋਕਾਂ ਦੇ ਮਨਾਂ ਵਿੱਚ ਹਨੇਰਾ ਦੂਰ ਕਰ ਸਕਦਾ ਹੈ ਤੇ ਇਹ ਜੋ ਗਿਆਨ ਹੈ ਸਾਨੂੰ ਕਿਤਾਬਾਂ ਤੋਂ ਹੀ ਪ੍ਰਾਪਤ ਹੋ ਸਕਦਾ ਹੈ। ਇਸੇ ਲਈ ਉਹਨਾਂ ਨੇ ਹਰੇਕ ਪਿੰਡ ਦੇ ਵਿੱਚ ਲਾਇਬ੍ਰੇਰੀ, ਫਿਰ ਸਕੂਲ ਅਤੇ ਫਿਰ ਸ਼ਹਿਰ ਦੇ ਵਿੱਚ ਲਾਇਬ੍ਰੇਰੀਆਂ ਦਾ ਜਾਲ ਵਿਛਾਉਣ ਦਾ ਬੀੜਾ ਚੁੱਕਿਆ ਸੀ, ਕੰਮ ਸ਼ੁਰੂ ਕੀਤਾ ਸੀ। ਉਹ ਸੋਚਦੇ ਸਨ ਕਿ ਜੇਕਰ ਬੱਚੇ ਚੰਗੀਆਂ ਕਿਤਾਬਾਂ ਪੜ੍ਹਨਗੇ ਤਾਂ ਉਹਨਾਂ ਨੂੰ ਚੰਗੀਆਂ ਆਦਤਾਂ ਆ ਜਾਏਗੀ ਤੇ ਜਦੋਂ ਉਹਨਾਂ ਵਿੱਚ ਚੰਗੀਆਂ ਆਦਤਾਂ ਆ ਜਾਣਗੀਆਂ ਤਾਂ ਉਹ ਸਮੁੱਚੇ ਦੇਸ਼ ਅਤੇ ਦੁਨੀਆ ਦੇ ਵਿੱਚ ਗਿਆਨ ਦਾ ਚਾਨਣ ਫੈਲਾਉਣਗੇ। ਇਸ ਨਵੀਂ ਬਣੀ ਸੰਸਥਾ ਨੂੰ ਵੀ ਉਸ ਅਮੀਰ ਅਤੇ ਦਾਨੀ ਸੱਜਣ ਦਾ ਪਤਾ ਲੱਗਾ। ਸਾਰੇ ਮੈਂਬਰਾਂ ਨੇ ਇਕੱਠੇ ਹੋ ਕੇ ਉਸ ਕੋਲੋਂ ਘਰ ਮਿਲਣ ਦਾ ਸਮਾਂ ਲਿਆ। ਸਾਰੇ ਮੈਂਬਰ ਮਿੱਥੇ ਸਮੇਂ ਅਨੁਸਾਰ ਉਸ ਅਮੀਰ ਆਦਮੀ ਦੇ ਕੋਲ ਘਰ ਪਹੁੰਚੇ। ਨੌਕਰ ਨੇ ਉਹਨਾਂ ਸਾਰਿਆਂ ਨੂੰ ਬੜੇ ਸਤਿਕਾਰ ਨਾਲ ਇੱਕ ਕਮਰੇ ਵਿੱਚ ਬਿਠਾਇਆ ਕਿ ਬੇਟਾ ਉਹ ਜੋ ਸੰਸਥਾ ਬਣੀ ਸੀ ਉਹਨਾਂ ਨੇ ਇਸ ਅਮੀਰ ਆਦਮੀ ਬਾਰੇ ਸੁਣਿਆ ਹੋਇਆ ਸੀ ਤੇ ਉਹਨਾਂ ਨੂੰ ਪਤਾ ਲੱਗਾ ਸੀ ਕਿ ਇਹ ਕਾਫੀ ਦਾਨੀ ਸੱਜਣ ਹੈ ਤੇ ਇਹ ਮਦਦ ਕਰਦਾ ਹੈ। ਇਸ ਲਈ ਸਾਰਿਆਂ ਨੇ ਉਸ ਨੂੰ ਮਿਲਣ ਦਾ ਸਮਾਂ ਲੈ ਲਿਆ ਤੇ ਮਿੱਥੇ ਹੋਏ ਸਮੇਂ, ਬੇਟਾ ਮਿੱਥੇ ਦਾ ਭਾਵ ਹੁੰਦਾ ਹੈ ਨਿਸ਼ਚਿਤ ਕੀਤੇ ਹੋਏ ਸਮੇਂ ਤੇ ਉਸ ਅਮੀਰ ਆਦਮੀ ਦੇ ਘਰ ਪਹੁੰਚ ਗਏ। ਜਦੋਂ ਘਰ ਪਹੁੰਚੇ ਤਾਂ ਨੌਕਰ ਨੇ ਬੜੇ ਆਦਰ ਸਤਿਕਾਰ ਨਾਲ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਬਿਠਾ ਦਿੱਤਾ। ਉਸ ਆਲੀਸ਼ਾਨ ਕਮਰੇ ਵਿੱਚ ਸਾਰੇ ਮੈਂਬਰ ਬੈਠੇ ਹੀ ਸਨ ਤਾਂ ਦੂਸਰੇ ਕਮਰੇ ਵੱਲੋਂ ਉਸ ਅਮੀਰ ਆਦਮੀ ਦੀ ਆਵਾਜ਼ ਆ ਰਹੀ ਸੀ, ਤੁਹਾਨੂੰ ਪਹਿਲਾਂ ਹੀ ਬੜੀ ਵਾਰੀ ਸਮਝਾਇਆ ਹੈ ਕਿ ਜਿਹੜੇ ਕਮਰੇ ਵਿੱਚ ਬੱਤੀ ਦੀ ਜ਼ਰੂਰਤ ਹੋਵੇ ਸਿਰਫ ਉਸ ਵਿੱਚ ਹੀ ਜਗਾਇਆ ਕਰੋ। ਸਾਰੇ ਘਰ ਵਿੱਚ ਫਜ਼ੂਲ ਬੱਤੀਆਂ ਜਗਦੀਆਂ ਰਹਿੰਦੀਆਂ ਹਨ। ਤੁਹਾਨੂੰ ਪਤਾ ਹੈ ਕਿ ਬਿਜਲੀ ਕਿੰਨੀ ਮਹਿੰਗੀ ਹੋ ਗਈ ਹੈ। ਹਰ ਮਹੀਨੇ ਕਿੰਨੇ ਪੈਸੇ ਭਰਨੇ ਪੈਂਦੇ ਹਨ ਬਿੱਲ ਦੇ। ਦੂਸਰਾ, ਸਾਡੇ ਮੁਲਕ ਵਿੱਚ ਬਿਜਲੀ ਅਤੇ ਪਾਣੀ ਦੀ ਪਹਿਲਾਂ ਹੀ ਘਾਟ ਹੈ। ਫਜ਼ੂਲ ਬਿਜਲੀ ਜਗਣ ਨਾਲ ਜਾਂ ਪਾਣੀ ਦੀ ਮੋਟਰ ਚੱਲਣ ਨਾਲ ਬਿੱਲ ਤਾਂ ਜ਼ਿਆਦਾ ਆਉਣਾ ਹੀ ਆਉਣਾ ਹੈ। ਇਸ ਦੇ ਨਾਲ ਕੌਮੀ ਨੁਕਸਾਨ ਕਿੰਨਾ ਹੈ। ਉਹ ਜੋ ਸੰਸਥਾ ਦੇ ਮੈਂਬਰ ਸਨ ਉਹ ਇੱਕ ਕਮਰੇ ਦੇ ਵਿੱਚ ਬੈਠੇ ਸਨ ਤਾਂ ਦੂਜੇ ਕਮਰੇ ਦੇ ਵਿੱਚ ਉਹ ਅਮੀਰ ਆਦਮੀ ਆਪਣੇ ਨੌਕਰਾਂ ਨੂੰ ਸਮਝਾ ਰਿਹਾ ਸੀ, ਜੋ ਅਸੀਂ ਪਾਠ ਦੇ ਵਿੱਚ ਸ਼ੁਰੂ 'ਚ ਪੜ੍ਹਿਆ ਵੀ ਸੀ ਕਿ ਫਜ਼ੂਲ ਖਰਚੀ ਨਹੀਂ ਕਰਨੀ ਹੈ, ਬਰਬਾਦ ਨਹੀਂ ਕਿਸੇ ਵੀ ਚੀਜ਼ ਨੂੰ ਕਰਨਾ ਹੈ। ਤੇ ਉਹ ਆਪਣੇ ਨੌਕਰਾਂ ਨੂੰ ਸਮਝਾ ਰਿਹਾ ਸੀ ਕਿ ਸਾਨੂੰ ਜਿਸ ਕਮਰੇ ਦੀ ਜ਼ਰੂਰਤ ਹੋਵੇ ਉਹਦੀ ਹੀ ਲਾਈਟ ਜਗਾਉਣੀ ਚਾਹੀਦੀ ਹੈ, ਹਰੇਕ ਕਮਰੇ ਦੀ ਲਾਈਟ ਨਹੀਂ ਜਗਾਉਣੀ ਚਾਹੀਦੀ ਹੈ। ਇਸ ਦੇ ਨਾਲ ਬਿਜਲੀ ਦਾ ਬਿੱਲ ਤਾਂ ਵਾਧੂ ਆਉਂਦਾ ਹੀ ਹੈ। ਦੂਜਾ ਇਹ ਹੈ ਕਿ ਸਾਡੇ ਮੁਲਕ ਦੇ ਵਿੱਚ ਬਿਜਲੀ ਤੇ ਪਾਣੀ ਦੀ ਪਹਿਲਾਂ ਹੀ ਬਹੁਤ ਘਾਟ ਹੈ। ਜੇਕਰ ਅਸੀਂ ਬਿਜਲੀ ਤੇ ਪਾਣੀ ਇਸੇ ਤਰ੍ਹਾਂ ਹੀ ਬਰਬਾਦ ਕਰਦੇ ਰਵਾਂਗੇ ਉਸ ਦੇ ਨਾਲ ਸਾਡੇ ਦੇਸ਼ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ। ਇਹ ਗੱਲਾਂ ਸੁਣ ਕੇ ਸਾਰੇ ਮੈਂਬਰ ਆਪਸ ਵਿੱਚ ਘੁਸਰ-ਮੁਸਰ ਕਰਨ ਲੱਗ ਪਏ। ਬੇਟਾ ਘੁਸਰ-ਮੁਸਰ ਦਾ ਮਤਲਬ ਹੁੰਦਾ ਆ ਆਪਸ ਵਿੱਚ ਗੱਲਾਂ ਕਰਨੀਆਂ, ਹੌਲੀ-ਹੌਲੀ ਗੱਲਾਂ ਕਰਨੀਆਂ ਕਿ ਇਹ ਤਾਂ ਕੋਈ ਬੜਾ ਕੰਜੂਸ ਆਦਮੀ ਲੱਗਦਾ ਹੈ ਜਿਹੜਾ ਬਿਜਲੀ ਦੇ 2-4 ਬੱਲਬ ਜਾਂ ਟਿਊਬਾਂ ਜਗਣ ਤੇ ਆਪਣੇ ਨੌਕਰਾਂ ਨੂੰ ਇੰਨਾ ਭਾਸ਼ਣ ਦੇ ਰਿਹਾ ਹੈ। ਇਹ ਸਾਡੀ ਸੰਸਥਾ ਦੀ ਕੀ ਮਦਦ ਕਰੇਗਾ। ਉਹ ਲੋਕ ਜੋ ਸੰਸਥਾ ਦੇ ਮੈਂਬਰ ਸਨ ਉਹ ਇਸ ਦੀ ਗੱਲ ਨੂੰ ਸੁਣ ਰਹੇ ਸਨ ਤੇ ਉਹ ਸੁਣਦੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਆਈ। ਆਪਸ ਦੇ ਵਿੱਚ ਉਹ ਗੱਲਬਾਤ ਕਰ ਰਹੇ ਸਨ ਕਿ ਜਿਹੜਾ ਇੰਨਾ ਕੰਜੂਸ ਵਿਅਕਤੀ ਹੈ ਉਹ ਸਾਡੀ ਕਿੱਥੇ ਮਦਦ ਕਰੇਗਾ, ਸਾਡੀ ਸੰਸਥਾ ਨੂੰ ਕਿੱਥੇ ਕੋਈ ਪੈਸਾ ਦੇਵੇਗਾ। ਇੰਨੇ ਵਿੱਚ ਅਮੀਰ ਆਦਮੀ ਉਸ ਕਮਰੇ ਵਿੱਚ ਆਇਆ ਜਿੱਥੇ ਸਾਰੇ ਲੋਕ ਬੈਠੇ ਉਸ ਦੀ ਉਡੀਕ ਕਰ ਰਹੇ ਸਨ। ਆਉਂਦਿਆਂ ਹੀ ਉਹ ਇੱਕ ਮੈਂਬਰ ਨੂੰ ਬੜੇ ਪਿਆਰ ਨਾਲ ਮਿਲਿਆ। ਉਹਨਾਂ ਕੋਲੋਂ ਲਾਇਬ੍ਰੇਰੀ ਖੋਲ੍ਹਣ ਦੀ ਸਕੀਮ ਸਮਝ ਕੇ ਬੜਾ ਪ੍ਰਭਾਵਿਤ ਹੋਇਆ ਤੇ ਕਹਿਣ ਲੱਗਾ, ਤੁਹਾਡੀ ਪਿੰਡਾਂ ਵਿੱਚ ਲਾਇਬ੍ਰੇਰੀ ਖੋਲ੍ਹਣ ਦੀ ਸਾਰੀ ਸਕੀਮ ਬਹੁਤ ਹੀ ਚੰਗੀ ਲੱਗੀ। ਤੁਸੀਂ ਖੂਬ ਡਟ ਕੇ ਕੰਮ ਕਰੋ। ਮੈਂ ਤਨ ਮਨ ਅਤੇ ਧਨ ਸਮੇਤ ਤੁਹਾਡੇ ਨਾਲ ਹਾਂ। ਦੱਸੋ ਮੇਰੇ ਜ਼ਿੰਮੇ ਕਿੰਨੀ ਸੇਵਾ ਲਗਾਈ ਹੈ। ਕਿ ਉਹ ਅਮੀਰ ਆਦਮੀ ਆਪਣੇ ਨੌਕਰਾਂ ਨੂੰ ਸਮਝਾਉਣ ਤੋਂ ਬਾਅਦ ਉਸ ਕਮਰੇ ਦੇ ਵਿੱਚ ਆਇਆ ਜਿੱਥੇ ਉਹ ਸੰਸਥਾ ਦੇ ਮੈਂਬਰ ਬੈਠੇ ਹੋਏ ਸਨ
ਉਹਨੇ ਆਉਂਦੇ ਹੀ ਸਾਰਿਆਂ ਨੂੰ ਬੜੇ ਪਿਆਰ ਨਾਲ ਬੁਲਾਇਆ, ਹਰੇਕ ਨੂੰ ਮਿਲਿਆ ਅਤੇ ਉਹਨਾਂ ਦੀ ਜਦੋਂ ਲਾਇਬ੍ਰੇਰੀ ਖੋਲ੍ਹਣ ਦੀ ਸਕੀਮ ਸੁਣੀ ਤੇ ਉਹ ਸੁਣ ਕੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਦੱਸੋ ਮੈਂ ਤੁਹਾਡੀ ਕਿੰਨੀ ਮਦਦ ਕਰ ਸਕਦਾ ਹਾਂ। ਮੈਨੂੰ ਤੁਹਾਡੀ ਹਰੇਕ ਪਿੰਡ ਦੇ ਵਿੱਚ ਲਾਇਬ੍ਰੇਰੀ ਖੋਲ੍ਹਣ ਦੀ ਸਕੀਮ ਬਹੁਤ ਚੰਗੀ ਲੱਗੀ ਹੈ। ਸਾਰੇ ਮੈਂਬਰ ਇੱਕ ਦੂਜੇ ਵੱਲ ਤੱਕਣ ਲੱਗੇ। ਫਿਰ ਉਸ ਸੰਸਥਾ ਦੇ ਪ੍ਰਧਾਨ ਨੇ ਆਪਣੇ ਵੱਲੋਂ ਬੜੀ ਛਾਲ ਮਾਰਦਿਆਂ ਕਿਹਾ, ਇਸ ਨੇਕ ਕੰਮ ਲਈ ਤੁਹਾਡੇ ਕੋਲੋਂ 50,000 ਰੁਪਇਆ ਲੈਣਾ ਹੈ। ਬੇਟਾ ਛਾਲ ਮਾਰਨ ਤੋਂ ਭਾਵ ਇਹ ਹੈ ਕਿ ਵੱਧ ਕੇ ਆਪਣੇ ਵੱਲੋਂ ਸੋਚਣਾ ਕਿ ਮੈਂ ਬਹੁਤ ਵੱਡੀ ਗੱਲ ਕਹੀ ਹੈ। ਠੀਕ ਹੈ ਕਿ ਸਾਰੇ ਮੈਂਬਰ ਇੱਕ ਦੂਜੇ ਵੱਲ ਦੇਖਣ ਲੱਗ ਪਏ ਕਿ ਇਹ ਕੰਜੂਸ ਵਿਅਕਤੀ ਇੱਦਾਂ ਤਾਂ ਕਹਿ ਰਿਹਾ ਹੈ, ਠੀਕ ਆ, ਪਰ ਇਹ ਸਾਡੀ ਕੀ ਮਦਦ ਕਰ ਸਕਦਾ ਹੈ। ਫਿਰ ਸੰਸਥਾ ਦੇ ਪ੍ਰਧਾਨ ਜੋ ਹੈ ਉਸਨੇ ਹਿੰਮਤ ਕਰਕੇ ਉਸ ਅਮੀਰ ਆਦਮੀ ਨੂੰ ਕਿਹਾ ਕਿ ਅਸੀਂ ਤੁਹਾਡੇ ਕੋਲੋਂ 50,000 ਰੁਪਇਆ ਲਵਾਂਗੇ ਇਸ ਸੰਸਥਾ ਦੇ ਵਿੱਚ ਜੋ ਅਸੀਂ ਲਾਇਬ੍ਰੇਰੀਆਂ ਖੋਲ੍ਹਣ ਦਾ ਕੰਮ ਕਰ ਰਹੇ ਹਾਂ। ਉਸ ਅਮੀਰ ਆਦਮੀ ਨੇ ਜੇਬ ਵਿੱਚੋਂ ਇੱਕ ਚੈੱਕ ਬੁੱਕ ਕੱਢੀ, 1 ਲੱਖ ਰੁਪਏ ਦਾ ਚੈੱਕ ਕੱਟ ਕੇ ਉਹਨਾਂ ਨੂੰ ਦਿੰਦਿਆਂ ਕਿਹਾ, ਫਿਲਹਾਲ 1 ਲੱਖ ਰੁਪਇਆ ਰੱਖੋ, ਅੱਗੋਂ ਮੈਂ ਹੋਰ ਵੀ ਜਿੰਨਾ ਹੋ ਸਕੇ ਕਰਾਂਗਾ। ਉਸ ਅਮੀਰ ਆਦਮੀ ਨੇ ਆਪਣੀ ਜੇਬ ਵਿੱਚੋਂ ਚੈੱਕ ਬੁੱਕ, ਬੇਟਾ ਚੈੱਕ ਬੁੱਕ ਕੀ ਹੁੰਦੀ ਆ, ਇੱਕ ਬੈਂਕ ਦੇ ਵਿੱਚ ਜੋ ਹੈ ਅਸੀਂ ਪੈਸੇ ਜਮ੍ਹਾਂ ਕਰਾਏ ਹੋਏ ਆ, ਉਹ ਅਸੀਂ ਚੈੱਕ ਬੁੱਕ ਦੇ ਰਾਹੀਂ ਵੀ ਕਢਵਾ ਸਕਦੇ ਹਾਂ। ਠੀਕ ਹੈ, ਜਾਂ ਅਸੀਂ ਵੀ ਕਢਵਾ ਸਕਦੇ ਹਾਂ, ਜੇ ਅਸੀਂ ਕਿਸੇ ਦੇ ਨਾਮ ਦਾ ਚੈੱਕ ਕੱਟ ਦਿੰਦੇ ਹਾਂ ਤਾਂ ਉਹ ਜਾ ਕੇ ਵੀ ਕਢਵਾ ਸਕਦਾ ਹੈ। ਤੇ ਉਸ ਅਮੀਰ ਆਦਮੀ ਨੇ ਇੱਕ ਚੈੱਕ ਕੱਟ ਕੇ 1 ਲੱਖ ਰੁਪਏ ਦਾ, ਉਹਨਾਂ ਨੇ 50,000 ਰੁਪਇਆ ਮੰਗਿਆ ਸੀ ਪਰ ਉਸਨੇ 1 ਲੱਖ ਰੁਪਏ ਦਾ ਚੈੱਕ ਕੱਟ ਕੇ ਦਿੱਤਾ ਤੇ ਕਿਹਾ ਫਿਲਹਾਲ ਤੁਸੀਂ 1 ਲੱਖ ਰੁਪਈਆ ਲੈ ਲਓ, ਜਦੋਂ ਹੋਰ ਪੈਸਿਆਂ ਦੀ ਜ਼ਰੂਰਤ ਹੋਈ ਤਾਂ ਮੈਨੂੰ ਦੱਸਿਓ, ਮੈਂ ਜ਼ਰੂਰ ਮਦਦ ਕਰਾਂਗਾ। ਸੰਸਥਾ ਦੇ ਸਾਰੇ ਮੈਂਬਰ ਹੈਰਾਨ ਰਹਿ ਗਏ। ਉਹਨਾਂ ਦਾ ਖਿਆਲ ਸੀ ਕਿ ਜੇ 5-10 ਹਜ਼ਾਰ ਰੁਪਈਆ ਵੀ ਇਸ ਕੰਜੂਸ ਕੋਲੋਂ ਮਿਲ ਜਾਵੇ ਤਾਂ ਬੜੀ ਵੱਡੀ ਗੱਲ ਹੈ। ਸੰਸਥਾ ਦੇ ਸਾਰੇ ਮੈਂਬਰ ਹੈਰਾਨ ਹੋ ਗਏ ਕਿ ਜੋ ਵਿਅਕਤੀ ਲਾਈਟ ਜਗਨ ਤੇ ਇੰਨਾ ਗੁੱਸੇ ਹੋ ਸਕਦਾ ਹੈ ਉਹ 50,000 ਰੁਪਈਆ ਕਿੱਥੋਂ ਦੇ ਸਕਦਾ ਹੈ। ਉਹਨਾਂ ਨੂੰ ਉਮੀਦ ਸੀ ਕਿ ਸ਼ਾਇਦ 5 ਜਾਂ 10,000 ਰੁਪਈਆ ਦੇ ਸਕਦਾ ਆ, ਪਰ ਉਸਨੇ ਆਪਣੇ ਵੱਲੋਂ ਬਹੁਤ ਜ਼ਿਆਦਾ ਵੱਡੀ ਰਕਮ ਮਦਦ ਲਈ ਦੇ ਦਿੱਤੀ ਸੀ। ਸਾਰਿਆਂ ਦੇ ਮੂੰਹ ਉੱਪਰ ਸਵਾਲੀਆ ਨਿਸ਼ਾਨ ਦੇਖ ਕੇ ਅਮੀਰ ਆਦਮੀ ਕਹਿਣ ਲੱਗਾ, ਕੀ ਗੱਲ ਤੁਸੀਂ ਕੁਝ ਸੋਚ ਰਹੇ ਹੋ? ਕਿ ਬੇਟਾ ਜਦੋਂ ਅਮੀਰ ਆਦਮੀ ਨੇ ਇੰਨੇ ਪੈਸੇ ਦਿੱਤੇ ਸਾਰੇ ਹੈਰਾਨ ਰਹਿ ਗਏ ਤਾਂ ਅਮੀਰ ਆਦਮੀ ਨੇ ਕਿਹਾ ਕਿ ਤੁਸੀਂ ਕਿਉਂ ਹੈਰਾਨ ਹੋ, ਕੀ ਗੱਲ ਹੋਈ? ਹਾਂ ਜੀ, ਇੱਕ ਮੈਂਬਰ ਬੋਲਿਆ, ਤੁਸੀਂ ਸਾਨੂੰ ਦੱਸੋ ਕਿ ਕੁਝ ਮਿੰਟ ਪਹਿਲਾਂ ਤੁਸੀਂ ਆਪਣੇ ਨੌਕਰਾਂ ਨੂੰ ਬਿਜਲੀ ਜਗਾਉਣ ਤੋਂ ਡਾਂਟ ਰਹੇ ਸੀ, ਜਿਸ ਨਾਲ ਤੁਹਾਨੂੰ 200-400 ਰੁਪਏ ਮਹੀਨੇ ਦਾ ਫਰਕ ਪੈਣਾ ਸੀ। ਦੂਜੇ ਪਾਸੇ ਅਸੀਂ 50,000 ਮੰਗਿਆ ਪਰ ਤੁਸੀਂ 1 ਲੱਖ ਰੁਪਈਆ ਦੇ ਦਿੱਤਾ। ਇਸ ਰਾਜ ਦੀ ਸਾਨੂੰ ਸਮਝ ਨਹੀਂ ਆਈ। ਇੱਕ ਮੈਂਬਰ ਨੇ ਕਿਹਾ ਕਿ ਹੁਣੇ ਤੁਸੀਂ 5 ਮਿੰਟ ਪਹਿਲਾਂ ਆਪਣੇ ਨੌਕਰਾਂ ਨੂੰ ਡਾਂਟ ਰਹੇ ਸੀ ਕਿ ਬਿਜਲੀ ਨਹੀਂ ਜਗਾਉਣੀ ਚਾਹੀਦੀ ਹੈ ਕਿਉਂਕਿ ਬਿਜਲੀ ਦਾ ਬਿੱਲ ਜ਼ਿਆਦਾ ਆਵੇਗਾ, ਪਰ ਅਸੀਂ ਤੁਹਾਡੇ ਕੋਲ 50,000 ਮੰਗੇ ਤਾਂ ਤੁਸੀਂ 1 ਲੱਖ ਰੁਪਈਆ ਦੇਤਾ। ਤੇ ਸਾਨੂੰ ਇਸ ਚੀਜ਼ ਬਾਰੇ ਸਮਝ ਨਹੀਂ ਆ ਰਿਹਾ ਕਿ ਜੋ ਵਿਅਕਤੀ ਬਿਜਲੀ ਜਗਣ ਤੇ ਠੀਕ ਹੈ ਇੰਨੀ ਕੰਜੂਸੀ ਕਰਦਾ ਆ, ਉਹ ਪੈਸੇ ਦੇਣ ਵੇਲੇ ਇਸ ਤਰ੍ਹਾਂ ਉਸਨੇ ਕਿਵੇਂ ਆਪਣੀ ਦਰਿਆਦਿਲੀ ਦਿਖਾਈ। ਮੈਂ ਉਹਨਾਂ ਨੂੰ ਬਿਜਲੀ ਜਗਾਉਣ ਲਈ ਕਦੀ ਮਨਾ ਨਹੀਂ ਸੀ ਕੀਤਾ, ਮੈਂ ਤਾਂ ਫਜ਼ੂਲ ਜਗਦੀ ਬਿਜਲੀ ਨੂੰ ਬੰਦ ਕਰਨ ਲਈ ਕਹਿ ਰਿਹਾ ਸੀ। ਫਜ਼ੂਲ ਜਗਦੀ ਬਿਜਲੀ ਜਾਂ ਫਜ਼ੂਲ ਵਗਦੇ ਪਾਣੀ ਦਾ ਕਿਸੇ ਨੂੰ ਕੋਈ ਫਾਇਦਾ ਨਹੀਂ, ਸਗੋਂ ਸਾਡੇ ਦੇਸ਼ ਨੂੰ, ਦੇਸ਼ ਵਾਸੀਆਂ ਨੂੰ ਨੁਕਸਾਨ ਹੈ। ਉਸਨੇ ਕਿਹਾ ਕਿ ਮੈਂ ਕਿਸੇ ਨੂੰ ਬਿਜਲੀ ਜਗਾਉਣ ਲਈ ਕਦੀ ਮਨਾ ਨਹੀਂ ਕੀਤਾ, ਮੈਂ ਤਾਂ ਸਿਰਫ ਜਿਹੜੀ ਬਿਜਲੀ ਫਜ਼ੂਲ ਜਗਦੀ ਹੈ ਜਾਂ ਉਸ ਬਾਰੇ ਮਨਾ ਕਰਦਾ ਹਾਂ, ਤੇ ਜਾਂ ਜਿਹੜਾ ਪਾਣੀ ਵੇਸਟ ਚੱਲਦਾ ਹੈ, ਜਿਹੜਾ ਉਹ ਇਵੇਂ ਹੀ ਵਗਦਾ ਰਹਿੰਦਾ ਹੈ, ਮੈਂ ਸਿਰਫ ਉਸ ਦੇ ਬਾਰੇ ਰੋਕਿਆ ਸੀ। ਕਿਉਂਕਿ ਇਹ ਚੀਜ਼ਾਂ ਦੇ ਨਾਲ ਜਾਂ ਜਿਹੜੀ ਬਿਜਲੀ ਫਜ਼ੂਲ ਜਗਦੀ ਹੈ ਜਾਂ ਫਜ਼ੂਲ ਵਗਦਾ ਪਾਣੀ ਹੈ, ਇਸ ਦੇ ਨਾਲ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ ਬਲਕਿ ਸਾਡੇ ਦੇਸ਼ ਨੂੰ ਨੁਕਸਾਨ ਹੁੰਦਾ ਹੈ। ਇਸ ਕਰਕੇ ਮੈਂ ਉਹਨਾਂ ਨੂੰ ਸਮਝਾ ਰਿਹਾ ਸੀ, ਡਾਂਟ ਨਹੀਂ ਰਿਹਾ ਸੀ। ਹੁਣ ਆਈ ਤੁਹਾਡੀ ਗੱਲ ਸਮਝ ਵਿੱਚ। ਤੁਹਾਡੇ ਸ਼ੁਰੂ ਕੀਤੇ ਪ੍ਰੋਜੈਕਟ ਨਾਲ ਸਾਡੇ ਦੇਸ਼ ਦੇ ਬੱਚਿਆਂ, ਨੌਜਵਾਨਾਂ ਅਤੇ ਹਰ ਪੀੜ੍ਹੀ ਦੇ ਮਨਾਂ ਵਿੱਚ ਬਿਜਲੀ ਜਗਣੀ ਹੈ, ਜਿਸ ਦੀ ਰੋਸ਼ਨੀ, ਜਿਸ ਦਾ ਚਾਨਣ ਸਾਡੇ ਦੇਸ਼ ਵਿੱਚ ਹੋਣਾ ਹੈ ਅਤੇ ਉਸ ਚਾਨਣ ਦੀ ਲੋ ਪੂਰੀ ਦੁਨੀਆ ਤੱਕ ਫੈਲਣੀ ਹੈ। ਇੰਨੇ ਮਹਾਨ ਕੰਮ ਲਈ ਮੈਂ ਜੋ ਕੁਝ ਦਿੱਤਾ ਹੈ ਉਹ ਕੁਝ ਵੀ ਨਹੀਂ। ਫਿਰ ਉਸ ਅਮੀਰ ਆਦਮੀ ਨੇ ਕਿਹਾ ਕਿ ਹੁਣ ਤੁਹਾਨੂੰ ਗੱਲ ਸਮਝ ਆ ਗਈ ਹੋਵੇਗੀ, ਮੈਂ ਉਹਨਾਂ ਨੂੰ ਡਾਂਟਿਆ ਨਹੀਂ ਸੀ, ਮੈਂ ਉਹਨਾਂ ਨੂੰ ਝਿੜਕਿਆ ਨਹੀਂ ਸੀ, ਸਿਰਫ ਸਮਝਾਇਆ ਸੀ।
ਕਿਉਂਕਿ ਜਿਹੜੀ ਗੱਲ ਚੀਜ਼ ਨੂੰ ਤੁਸੀਂ ਲੈ ਕੇ ਤੁਰੇ ਹੋ, ਪ੍ਰੋਜੈਕਟ ਦਾ ਮਤਲਬ ਬੇਟਾ ਭਾਵ ਹੁੰਦਾ ਹੈ ਯੋਜਨਾ। ਜਿਸ ਯੋਜਨਾ ਨੂੰ ਤੁਸੀਂ ਲੈ ਕੇ ਚੱਲੇ ਹੋ ਉਸ ਨਾਲ ਸਾਡੇ ਦੇਸ਼ ਦੇ ਬੱਚਿਆਂ ਦਾ, ਨੌਜਵਾਨਾਂ ਦਾ ਅਤੇ ਹਰ ਪੀੜ੍ਹੀ ਦਾ ਜੋ ਹੈ ਵਿਕਾਸ ਹੋਵੇਗਾ। ਉਹਨਾਂ ਦੇ ਦਿਲ ਵਿੱਚ ਰੋਸ਼ਨੀ ਆਵੇਗੀ, ਉਹਨਾਂ ਦੇ ਮਨ ਵਿੱਚ ਆਪਣੇ ਦੇਸ਼ ਪ੍ਰਤੀ ਜੋ ਦੇਸ਼ ਦੀਆਂ ਜ਼ਰੂਰਤਾਂ ਹਨ, ਠੀਕ ਆ, ਉਹਨਾਂ ਦੀ ਉਹ ਦੇਖਭਾਲ ਕਰਨਗੇ ਅਤੇ ਕਿਸੇ ਵੀ ਚੀਜ਼ ਨੂੰ ਫਜ਼ੂਲ ਨਹੀਂ ਜਾਣ ਦੇਣਗੇ। ਉਹਨਾਂ ਦੇ ਮਨ ਵਿੱਚ ਗਿਆਨ ਦਾ ਚਾਨਣ ਵਸੇਗਾ, ਉਹਦੀ ਲੋ ਫੈਲੇਗੀ। ਲੋ ਦਾ ਮਤਲਬ ਹੁੰਦਾ ਬੇਟਾ ਰੋਸ਼ਨੀ। ਉਹਨਾਂ ਦੇ ਮਨ ਵਿੱਚ, ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜੀ ਇਹ ਚੀਜ਼ ਆਵੇਗੀ ਕਿ ਅਸੀਂ ਆਪਣੇ ਦੇਸ਼ ਨੂੰ ਕਿਵੇਂ ਤਰੱਕੀ ਵੱਲ ਲੈ ਕੇ ਜਾ ਸਕਦੇ ਹਾਂ। ਅਤੇ ਇਸ ਮਹਾਨ ਕੰਮ ਲਈ ਮੈਂ ਜੋ ਕੁਝ ਦਿੱਤਾ ਹੈ ਉਹ ਕੁਝ ਵੀ ਨਹੀਂ ਹੈ। ਉਹ ਅਮੀਰ ਆਦਮੀ ਦੀ ਗੱਲ ਸੁਣ ਕੇ ਸਾਰੇ ਧੰਨ ਹੋ ਗਏ। ਉਹਨਾਂ ਵਿੱਚ ਸੇਵਾ ਕਰਨ ਦਾ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਉਤਸ਼ਾਹ ਸੀ। ਉਹ ਲੋਕ ਜੋ ਸੰਸਥਾ ਵਾਲੇ ਬੈਠੇ ਸਨ, ਉਹ ਅਮੀਰ ਆਦਮੀ ਦੀ ਗੱਲ ਸੁਣ ਕੇ ਬਹੁਤ ਹੈਰਾਨ ਹੋਏ ਅਤੇ ਉਹਨਾਂ ਦੇ ਮਨ ਵਿੱਚ ਹੁਣ ਸੰਸਥਾ ਲਈ ਕੰਮ ਕਰਨ ਦਾ ਜਿਹੜਾ ਉਤਸ਼ਾਹ ਸੀ, ਜੋਸ਼ ਸੀ, ਉਹ ਹੁਣ ਦੁੱਗਣਾ ਤਿੱਗਣਾ ਹੋ ਗਿਆ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਪਾਠ ਗਿਆਨ ਦਾ ਚਾਨਣ ਦੀ ਵਿਆਖਿਆ। ਅਤੇ ਉਮੀਦ ਕਰਦਾ ਹਾਂ ਇਸ ਵਿਆਖਿਆ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਇਸ ਪਾਠ ਦੀ ਪੂਰੀ ਸਮਝ ਆ ਗਈ ਹੋਵੇਗੀ। ਹੁਣ ਆਪਣੇ ਪੰਜਾਬੀ ਅਧਿਆਪਕ ਸ਼ਿਵਦੇਵ ਸਰ ਨੂੰ ਦਿਓ ਇਜਾਜ਼ਤ। ਧੰਨਵਾਦ।